ਜੀ ਦਰਸ਼ਕੋ, ਇਸ ਦੂਸਰੇ ਭਾਗ ਦੀ ਗੱਲਬਾਤ ਦੇ ਵਿੱਚ ਤੁਹਾਨੂੰ ਫਿਰ ਅਸੀਂ ਜੀਓ ਨੂੰ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਬਾਰੇ ਅਸੀਂ ਪਹਿਲੇ ਭਾਗ ਦੇ ਵਿੱਚ ਘਟਨਾ ਕਿੱਥੇ ਹੋਈ, ਕਿਸ ਨੇ ਕੀਤੀ ਅਤੇ ਕੀ ਸਾਰਾ ਉਸ ਦੇ ਬਾਰੇ ਪ੍ਰੋਸੈਸ ਚੱਲ ਰਿਹਾ ਹੈ, ਉਹਦੇ ਉੱਤੇ ਚਾਨਣਾ ਪਾਇਆ। ਪਹਿਲੀ ਗੱਲਬਾਤ ਦੇ ਵਿੱਚੋਂ ਇੱਕ ਇਹ ਨੁਕਤਾ ਨਿਕਲ ਕੇ ਆਉਂਦਾ ਹੈ ਕਿ ਇੱਥੇ ਢਿੱਲਾ ਪਹਿਰਾ ਰਿਹਾ ਹੈ। ਇਹਦਾ ਇੱਕ ਕਾਰਨ ਇਹ ਵੀ ਆ ਕਿ ਬੇਅਦਬੀ ਹੋਈ ਆ। ਹੋਰ ਬਹੁਤ ਸਾਰੇ ਕਾਰਨ ਨੇ, ਪਰ ਇੱਕ ਕਾਰਨ ਇਹ ਵੀ ਆ ਜਿਸ ਦੇ ਉੱਤੇ ਅਮਲ ਕੀਤਾ ਜਾ ਸਕਦਾ ਹੈ। ਢਿੱਲੇ ਪਹਿਰੇ ਨੂੰ ਕਿਵੇਂ ਪੱਕਾ ਪਹਿਰਾ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਉੱਤੇ ਹੋਰ ਕਿਹੋ ਜਿਹੀ ਵਿਚਾਰ ਹੋਣੀ ਚਾਹੀਦੀ ਹੈ ਜਾਂ ਕਿੱਥੇ ਕਿੱਥੇ ਕਿਹੜੀਆਂ ਕਮੀਆਂ ਰਹਿੰਦੀਆਂ ਨੇ, ਉਸ ਦੇ ਬਾਰੇ ਆਪਾਂ ਭਾਈ ਮਲਕੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਮਲਕੀਤ ਸਿੰਘ ਜੀ, ਤੁਸੀਂ ਢਿੱਲੇ ਪਹਿਰੇ ਨੂੰ ਪਰਿਭਾਸ਼ਿਤ ਕਿਵੇਂ ਕਰਦੇ ਹੋ, ਡਿਫਾਈਨ ਕਿਵੇਂ ਕਰਦੇ ਹੋ ਇਸ? ਦੇਖੋ ਜੀ, ਮਰਿਆਦਾ ਅਨੁਸਾਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ ਉੱਥੇ ਘੱਟੋ ਘੱਟ 5 ਸਿੰਘਾਂ ਦੀ ਹਾਜ਼ਰੀ ਜ਼ਰੂਰੀ ਹੈ, ਜਿਹਦੇ ਚ ਜੀ ਗ੍ਰੰਥੀ ਸਿੰਘ ਆ ਜਾਂਦੇ ਆ, ਹਨਾ, ਚੌਰ ਬਰਦਾਰ ਆ ਜਾਂਦੇ ਜਿਨ੍ਹਾਂ ਨੇ ਚੌਰ ਸਾਹਿਬ ਦੀ ਸੇਵਾ ਕਰਨੀ ਆ, ਤੇ ਬਰਛਾ ਬਰਦਾਰ ਜਿਹਨੇ ਪਹਿਰੇ ਤੇ ਰਹਿਣਾ ਆ, ਤੇ ਆਪਣੇ ਲਾਂਗਰੀ ਸਿੰਘ ਹੋ ਗਏ, ਹਨਾ, ਇੱਕ ਧੂਫੀਆ ਸਿੰਘ ਹੋ ਗਿਆ। ਇਹ 5 ਸਿੰਘ ਘੱਟੋ ਘੱਟ ਲਾਜ਼ਮੀ ਹੁੰਦੇ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਬਟ ਜਦੋਂ ਗਰਾਊਂਡ ਰਿਐਲਿਟੀ ਆਪਾਂ ਦੇਖਦੇ ਹਾਂ ਤਾਂ ਬਹੁਤੇ ਪਿੰਡਾਂ ਦੇ ਵਿੱਚ ਇਸ ਤਰੀਕੇ ਦਾ ਕੁਝ ਵੀ ਨਹੀਂ ਹੈਗਾ, ਹਨਾ। ਦੂਸਰੀ ਜੀ ਜਿਹੜੀ ਮੇਨ ਗੱਲ ਆ ਕਿ ਜਿੰਨੀਆਂ ਇਹ ਘਟਨਾਵਾਂ ਵਾਪਰਦੀਆਂ ਨੇ, ਢਿੱਲਾ ਪੈਰਾ ਆਪਾਂ ਤਾਂ ਸ਼ਬਦ ਵਰਤ ਰਹੇ ਕਿ ਜਿੱਥੇ ਵੀ ਜਿੰਨੀਆਂ ਇਹ ਘਟਨਾਵਾਂ ਵਾਪਰਦੀਆਂ ਨੇ ਉਹ ਚ ਕੋਈ ਵਿਰਲੀਆਂ ਨੂੰ ਛੱਡ ਕੇ ਆਲਮੋਸਟ ਸਾਰੀਆਂ ਉਹ ਨੇ ਜਿੱਥੇ ਕੋਈ ਹੁੰਦਾ ਨਹੀਂ ਉਸ ਵਕਤ ਜਦੋਂ ਇਹ ਘਟਨਾ ਵਾਪਰਦੀ ਹੈ। ਸੋ ਜੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਆਪਾਂ ਨੂੰ ਪਤਾ ਹੈ ਕਿ ਉੱਥੇ 5 ਸਿੰਘਾਂ ਦੀ ਹਾਜ਼ਰੀ ਜ਼ਰੂਰੀ ਆ, ਲਾਜ਼ਮੀ ਹੈ। ਉਹਦੇ ਬਾਵਜੂਦ ਜਦੋਂ ਇਹ ਘਟਨਾ ਵਾਪਰਦੀ ਉੱਥੇ ਕੋਈ ਵੀ ਨਹੀਂ ਹੁੰਦਾ ਤਾਂ ਉਹ ਹੁਣ ਆਪਣੇ ਚ ਢਿੱਲਾ, ਔਰ ਆਪਾਂ ਹੀ ਕਿਸੇ ਨੂੰ ਇਹ ਮੌਕਾ ਦੇ ਰਹੇ ਹਾਂ ਕਿ ਉਹ ਆ ਕੇ ਆਪਣੀ ਮਰਜ਼ੀ ਅਨੁਸਾਰ ਆਪਣੀ ਜੋ ਵੀ ਹਰਕਤ ਉੱਥੇ ਕਰ ਲਵੇ, ਕਿਉਂਕਿ ਉੱਥੇ ਕੋਈ ਹੁੰਦਾ ਨਹੀਂ। ਆਪਾਂ ਸਿਰਫ ਕੈਮਰੇ ਲਵਾ ਲਏ ਆ। ਹੁਣ ਕੈਮਰੇ ਠੀਕ ਹੈ ਕਿ ਬਾਅਦ ਚ ਆਪਾਂ ਨੂੰ ਇੱਕ ਸੌਖ ਹੁੰਦੀ ਕਿ ਉਹ ਤੋਂ ਦੇਖ ਕੇ ਪਤਾ ਚੱਲ ਜਾਂਦਾ, ਜਿੱਦਾਂ ਹੁਣ ਰੀਸੈਂਟ ਜਿਹੜੀ ਘਟਨਾ ਵਾਪਰੀ ਹੈ ਕਿ ਕੈਮਰੇ ਤੋਂ ਪਤਾ ਚੱਲ ਗਿਆ ਕਿਹਨੇ ਕੀਤੀ, ਬਟ ਉਹ ਕੈਮਰੇ ਕਿਸੇ ਨੂੰ ਬੇਅਦਬੀ ਕਰਨ ਤੋਂ ਰੋਕਦੇ ਨਹੀਂ ਆ। ਉਹ ਬਿਲਕੁਲ, ਇਹ ਬੇਅਦਬੀ ਨੁਕਤਾ ਹੋਣ ਤੋਂ ਸਪਸ਼ਟ ਹੁੰਦਾ ਬਾਅਦ ਕਿ ਆਪਾਂ ਨੂੰ ਕੋਈ, ਹਾਂਜੀ, ਦੋਸ਼ੀ ਦੀ ਪਛਾਣ ਕਰਾ ਸਕਦੇ ਆ, ਪਰ ਦੋਸ਼ੀ ਨੂੰ ਦੋਸ਼ ਕਰਨ ਤੋਂ ਰੋਕ ਨਹੀਂ ਸਕਦੇ। ਜੀ। ਸੋ ਇਸ ਕਰਕੇ ਇੱਥੇ ਕਿਉਂਕਿ ਹੁਣ ਵੀ ਜੋ ਗੱਲਾਂ ਚੱਲਦੀਆਂ, ਹਨਾ, ਹੁਣ ਮਤਲਬ ਕੈਮਰੇ ਤੋਂ ਵੀ ਜੋ ਅਗਲੀ ਟੈਕਨੀਕ ਸੋਚ ਰਹੇ ਬੰਦੇ ਜਾਂ ਦੱਸਦੇ, ਕਈ ਥਾਵਾਂ ਤੇ ਸ਼ਾਇਦ ਇੰਪਲੀਮੈਂਟ ਵੀ ਹੋਈ ਆ, ਇੱਥੇ ਵੀ ਗੱਲ ਚੱਲੀ ਵੀ ਹੁਣ ਕੁਛ ਇਸ ਤਰੀਕੇ ਦਾ ਇੱਕ ਯੰਤਰ ਇੱਕ ਬਣ ਗਿਆ ਜਿਹਦੇ ਚ ਜਦੋਂ ਕੋਈ ਮੰਨ ਲਓ ਮਹਾਰਾਜ ਦੇ ਨੂੰ ਜਿਹੜੇ ਹੁਣ ਇੱਕ ਤਰ੍ਹਾਂ ਕੈਬਿਨ ਬਣਾ ਲੈਂਦੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਵੀ ਜੇ ਕੋਈ ਉਹਨੂੰ ਤੋੜੂਗਾ ਤਾਂ ਉਹ ਇੱਕ ਅਲਾਰਮ ਵੱਜਦਾ ਤੇ ਉਹ ਜਿਹੜੇ 5 ਜਾਂ 7 ਉਹਦੇ ਚ ਮੋਬਾਈਲ ਨੰਬਰ ਦਿੱਤੇ ਜਾ ਸਕਦੇ, ਉਹਨਾਂ ਨੂੰ ਕਾਲ ਜਾਊਗੀ, ਹਨਾ। ਤਾਂ ਕਹਿਣ ਤੋਂ ਭਾਵ ਆਪਾਂ ਜ਼ਿਆਦਾ ਫੋਕਸ ਇੱਥੇ ਕਰ ਰਹੇ ਹਾਂ ਕਿ ਬੇਅਦਬੀ ਜਦੋਂ ਕੋਈ ਕਰਨ ਆ ਰਿਹਾ ਤਾਂ ਉਹਨੂੰ ਮਤਲਬ ਇਹਨਾਂ ਜਿਹੜੇ ਹੁਣ ਇਹਨਾਂ ਮਸ਼ੀਨਰੀਆਂ ਰਾਹੀਂ ਸਾਡੇ ਤੱਕ ਕਿੱਦਾਂ, ਹੁਣ ਉਹ ਵੀ ਮੋਬਾਈਲ ਤੇ ਤੁਹਾਨੂੰ ਕਾਲ ਜਾਣੀ, ਕੋਈ ਕਿਤੇ ਆ, ਕੋਈ ਉੱਥੇ ਹੈਗਾ ਲੋਕਲ, ਕੋਈ ਨਹੀਂ ਹੈਗਾ, ਹਨਾ। ਤੇ ਪਰ ਜੋ ਅਸਲ ਆਪਣਾ ਫੋਕਸ ਉੱਥੇ ਹੋਣਾ ਚਾਹੀਦਾ ਵੀ ਜੋ ਮਰਿਆਦਾ ਕੀ ਉਹ ਬਹਾਲ ਹੈ, ਮਰਿਆਦਾ ਅਨੁਸਾਰ ਜੇ ਉੱਥੇ ਪਹਿਰਾ ਚਾਹੀਦਾ ਕੀ ਉਹ ਹੈ ਜਾਂ ਨਹੀਂ ਹੈ। ਆਪਾਂ ਆਪਣੀ ਉਹ ਢਿੱਲ ਲੁਕਾਉਣ ਦੇ ਲਈ ਏਦਾਂ ਦੇ ਯੰਤਰਾਂ ਦਾ ਸਹਾਰਾ ਭਾਲ ਰਹੇ ਹਾਂ। ਜੀ ਜੀ ਬਿਲਕੁਲ, ਮਹਾਰਾਜ ਦੇ ਹਜੂਰ ਜੋ ਖੜੇ ਨੇ 5 ਜਣੇ ਜੋ ਉਹ ਹਜੂਰੀ ਡਿਊਟੀ ਨਿਭਾ ਰਹੇ ਨੇ, ਉਸ ਵਕਤ ਉਹਨਾਂ ਦੀ ਪੂਰੀ ਬਾਜ-ਵੱਖ ਹੁੰਦੀ ਆ ਕਿ ਇਹ ਕਿਸ ਤਰ੍ਹਾਂ ਸਾਰਾ ਪ੍ਰਚਲਨ ਚੱਲ ਰਿਹਾ ਹੈ। ਕੋਈ ਨੰਗੇ ਸਿਰ ਵੀ ਵੜਦਾ ਹੈ, ਨੰਗੇ ਸਿਰ ਵੀ ਮਹਾਰਾਜ ਦੇ ਅੱਗੇ ਜਾਣਾ ਇੱਕ ਬੇਅਦਬੀ ਹੁੰਦੀ ਆ। ਉਹ ਉਸ ਚੀਜ਼ ਨੂੰ ਵੀ ਰੋਕਦਾ ਹੈ। ਮਹਾਰਾਜ ਦੇ ਦਰਬਾਰ ਦੇ ਮਹਾਰਾਜ ਦੇ ਦਰਬਾਰ ਦੇ ਵਿੱਚ ਹੀ ਐਂਟਰ ਹੋਣਾ ਕਿਸੇ ਮਾੜੀ ਮਨਸ਼ਾ ਨੂੰ ਲੈ ਕੇ, ਇਹ ਹੀ ਬੇਅਦਬੀ ਹੈ। ਉਸ ਤੱਕ ਪਹੁੰਚ ਕੇ ਉਸ ਨੂੰ ਕੈਬਨ ਨੂੰ ਤੋੜਨ ਦੀ ਗੱਲ, ਉਹ ਤਾਂ ਸਿਰਫ ਇੱਕ ਦਿਲ ਨੂੰ ਧਰਵਾਸ ਦੇਣ ਵਾਲੇ ਬਹਾਨੇ ਨੇ। ਉਹ ਉਸ ਨੂੰ ਆਪਾਂ ਕਹੀਏ ਕਿ ਕੋਈ ਚੰਗਾ ਪੁਖਤਾ ਉਹਦਾ ਹੱਲ ਨਹੀਂ ਮੰਨਿਆ ਜਾ ਸਕਦਾ। ਸੋ ਜਿਹੜੇ ਤੁਸੀਂ ਹੁਣ ਪਹਿਰੇ ਦੀ ਗੱਲ ਕੀਤੀ ਹੈ, ਮਲਕੀਤ ਸਿੰਘ ਜੀ, ਨੂੰ ਕਿਵੇਂ ਅਮਲ ਦੇ ਵਿੱਚ ਲਿਆਂਦਾ ਜਾ ਸਕਦਾ? ਕੀ ਇਹਦੇ ਤੁਹਾਨੂੰ ਜੇਕਰ ਕੋਈ ਤੁਸੀਂ ਰਾਹ ਦੱਸਣੇ ਚਾਹੋ, ਕੀ ਇਹਦੇ ਰਾਹ ਦਿਖ ਰਹੇ ਨੇ ਜੋ ਤੁਸੀਂ ਮਾਲਵਾ ਸਿੱਖ ਜਥੇ ਦੇ ਸਿੰਘਾਂ ਦੇ ਨਾਲ ਵੀ ਵਿਚਾਰ ਕੀਤੀ ਹੋਊਗੀ, ਹੋਰ ਸੰਗਤਾਂ ਵੀ ਜੋ ਇਸ ਦੇ ਉੱਤੇ ਵਿਚਾਰ ਕਰ ਰਹੀਆਂ ਨੇ, ਕਿ ਇਸ ਨੂੰ ਅਮਲ ਦੇ ਵਿੱਚ ਕਿਵੇਂ ਲਿਆਂਦਾ ਜਾਵੇ? ਦੇਖੋ, ਜਦੋਂ ਇੱਕ ਤਾਂ ਆਪਾਂ ਨੂੰ ਇੱਕ ਚੀਜ਼ ਸਪਸ਼ਟ ਹੋ ਜਾਂਦੀ ਕਿ ਇਹ ਸਾਡੀ ਰਵਾਇਤ, ਹਨਾ, ਇਹ ਚੀਜ਼ ਹੋਣੀ ਚਾਹੀਦੀ। ਜਦੋਂ ਤੁਸੀਂ ਉਹਨੂੰ ਇੰਪਲੀਮੈਂਟ ਕਰਨਾ ਹੁੰਦਾ, ਕਿਉਂਕਿ ਹੁਣ ਬਹੁਤ ਪਾੜਾ ਵਧਿਆ ਹੁੰਦਾ ਗਰਾਊਂਡ ਦੇ ਉੱਤੇ ਉਹਨਾਂ ਚੀਜ਼ਾਂ ਤੋਂ, ਤਾਂ
ਉਹ ਹੁਣ ਇੱਕਦਮ ਐਜ਼ ਇਟ ਇਜ਼ ਕਈ ਤਾਂ ਪੋਸੀਬਲ ਨਹੀਂ ਹੁੰਦੀਆਂ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਤੇ ਕਰਨੀਆਂ ਪੈਣੀਆਂ। ਆਪਾਂ ਉਸੇ ਗੱਲ ਤੇ ਆਵਾਂਗੇ, ਆਪਾਂ ਇਹ ਨਹੀਂ ਕਹਿ ਰਹੇ ਜੀ ਕਿ ਨਹੀਂ ਕਰਨੀਆਂ ਚਾਹੀਦੀਆਂ, ਬਟ ਗਰਾਊਂਡ ਰਿਐਲਿਟੀ ਜੇ ਮੋਟੇ ਰੂਪ ਚ ਦੇਖੀਏ ਤਾਂ ਦਲੀਲ ਇਹ ਹੁੰਦੀ ਕਮੇਟੀਆਂ ਦੀ ਕਿ ਸਾਡੇ ਕੋਲ ਬਜਟ ਨਹੀਂ ਹੈ, ਹਨਾ, ਜਿਹਦੀ ਅੱਗੇ ਵੀ ਜੀ ਗਾਹੇ ਉਗਾਹੇ ਚਰਚਾ ਚੱਲਦੀ ਰਹਿੰਦੀ ਕਿ ਇੱਕ ਗ੍ਰੰਥੀ ਸਿੰਘ ਹੁੰਦਾ, ਉਸੇ ਨੇ ਵਿਚਾਰੇ ਨੇ ਸਾਰੀ ਸਵੇਰੇ ਸ਼ਾਮ ਵੀ ਮਰਿਆਦਾ ਦੇਖਣੀ, ਤੇ ਓਦਾਂ ਪਿੰਡ ਚ ਵੀ ਕੋਈ ਸੁੱਖ ਦੁੱਖ ਦੇ ਪਾਠ ਨੇ ਉੱਥੇ ਵੀ ਜਾਣਾ, ਹਨਾ, ਡਾਲੀ ਵੀ ਜੀ ਆਪ ਕਰਨੀ, ਲੰਗਰ ਪ੍ਰਸ਼ਾਦਾ ਵੀ ਆਪ ਕਰਨਾ। ਤੇ ਜਦੋਂ ਫਿਰ ਏਦਾਂ ਦੀ ਘਟਨਾ ਵਾਪਰਦੀ ਉਦੋਂ ਵੀ ਉਹਨੂੰ ਫਿਰ ਵਿੱਚ ਉਹਦੇ ਤੇ ਵੀ ਗੱਲ ਆ ਜਾਂਦੀ ਹੈ। ਤੇ ਹੁਣ ਗਰਾਊਂਡ ਤੇ ਉਹ ਕਹਿਣਗੇ ਕਿ ਸਾਡੇ ਕੋਲ ਬਜਟ ਨਹੀਂ ਹੈ, ਸਾਡੀ ਗੱਲ ਵੀ ਇੱਕ ਦੋ ਕਮੇਟੀਆਂ ਨਾਲ ਹੋਈ ਹੈ, ਹਨਾ, ਉਹਨਾਂ ਦਾ ਵੀ ਜ਼ਿਆਦਾ ਹੂੰ ਫੋਕਸ ਇਸ ਗੱਲ ਤੇ ਪਹਿਲਾਂ ਸੀਗਾ ਕਿ ਕਿੱਦਾਂ ਇੱਥੇ ਹੁਣ ਆਪਾਂ ਲੋਹੇ ਦੇ ਦਰਵਾਜ਼ੇ ਲਾ ਦਈਏ ਜਾਂ ਵਿੱਚ ਸ਼ੀਸ਼ੇ ਲਾ ਦਈਏ, ਕੋਈ ਪੈਟਰੋਲ ਨਾ ਸਿੱਟੇ, ਇਹ ਨਾ ਕਰੇ ਉਹ ਨਾ ਕਰੇ। ਉਹ ਚੀਜ਼ਾਂ ਇੱਕ ਭੈ ਚੋਂ ਆ ਰਹੀਆਂ ਕਿ ਅਸੀਂ ਹੂੰ ਬੇਅਦਬੀ ਨੂੰ ਕਿਵੇਂ ਰੋਕ ਸਕਦੇ ਹਾਂ, ਏਦਾਂ ਮਹਾਰਾਜ ਨੂੰ ਬੰਦ ਕਰਕੇ ਜਾਂ ਹੋਰ ਇਸ ਤਰੀਕੇ ਦੇ XYZ ਤਰੀਕਿਆਂ ਨਾਲ। ਜੀ ਬਟ ਜੋ ਅਸਲ ਮਰਿਆਦਾ ਉਹਨੂੰ ਅਮਲ ਚ ਕਿੱਦਾਂ ਲਿਆਣਾ, ਉੱਤੇ ਘੱਟ ਜ਼ੋਰ ਲੱਗ ਰਿਹਾ। ਹੁਣ ਜਦੋਂ ਉਦਾਂ ਦੀ ਹੂੰ ਗੱਲ ਕਰੀਦੀ ਆ ਤਾਂ ਉਹਨਾਂ ਦਾ ਇੱਕ ਜਵਾਬ ਹੁੰਦਾ ਕਿ ਸਾਡੇ ਕੋਲ ਬਜਟ ਨਹੀਂ ਹੈ। ਹੁਣ ਜੇ ਬਜਟ ਨਹੀਂ ਆ, ਕਮੇਟੀ ਤੋਂ ਬਾਅਦ ਫਿਰ ਪਿੰਡ ਦੀ ਜ਼ਿੰਮੇਵਾਰੀ ਆ ਕਿ ਮਹਾਰਾਜ ਦਾ ਪ੍ਰਕਾਸ਼ ਹੈ ਸਾਡੇ ਪਿੰਡ ਦੇ ਵਿੱਚ, ਇਹਦਾ ਅਦਬ ਸਤਿਕਾਰ ਅਸੀਂ ਕਿੱਦਾਂ ਬਹਾਲ ਕਰਨਾ। ਸਾਰੇ ਜੀ ਪਿੰਡ ਦਾ ਨੈਤਿਕ ਤੌਰ ਤੇ ਹੀ ਫਰਜ਼ ਬਣ ਜਾਂਦਾ ਕਿ ਫਿਰ ਜੇ ਬਜਟ ਨਹੀਂ ਆ, ਉੱਥੇ ਹੁਣ ਦੋ ਉਹਨਾਂ ਕੋਲ ਰਸਤੇ ਆ, ਜਾਂ ਤਾਂ ਸਾਰਾ ਪਿੰਡ ਰਲ ਕੇ ਕਮੇਟੀ ਲਈ ਉਹਦਾ ਬਜਟ ਪ੍ਰੋਵਾਈਡ ਕਰੇ ਜਿਹਦੇ ਚ ਉਹ ਪੰਜ ਸਿੰਘਾਂ ਦੀ ਉੱਥੇ ਹਾਜ਼ਰੀ ਲਾਜ਼ਮੀ ਕਰ ਸਕਣ। ਜੇ ਨਹੀਂ ਜੀ ਕਰ ਸਕਦੇ ਤਾਂ ਦੂਸਰਾ ਹੈ ਫਿਰ ਉਹ ਪਿੰਡਾਂ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਵੰਡਣ, ਘਰਾਂ ਇੱਕ ਇੱਕ ਘਰ ਦੀ ਜ਼ਿੰਮੇਵਾਰੀ ਲੱਗ ਜੇ ਜਾਂ ਪੰਜ ਘਰਾਂ ਦੇ ਚੋਂ ਇੱਕ ਇੱਕ ਮੈਂਬਰ ਦੀ ਲੱਗ ਜੇ, ਤਾਂ ਵੀ ਕੋਈ ਮਹੀਨੇ ਚ ਇੱਕ ਅੱਧੀ ਵਾਰ ਬਾਰੀ ਆਣੀ, ਦੋ ਵਾਰ ਆ ਜੂਗੀ ਤਾਂ ਵੀ ਮਹਾਰਾਜ ਦੇ ਸਤਿਕਾਰ ਲਈ ਕੋਈ ਹਰਜ ਨਹੀਂ ਹੈ, ਹਨਾ। ਉਦਾਂ ਵੀ ਆਪਾਂ ਜੀ ਸਮਾਂ ਕੱਢਦੇ ਹੀ ਹਾਂ ਹੋਰ ਸਾਰੇ ਕਾਰਾਂ ਵਿਹਾਰਾਂ ਲਈ। ਹੂੰ ਸੋ ਇਸ ਤਰੀਕੇ ਦੇ ਹੋਰ ਵੀ ਇਹਦੇ ਤਰੀਕੇ ਹੋ ਸਕਦੇ ਆ ਇਹਨੂੰ ਇੰਪਲੀਮੈਂਟ ਕਰਨ ਦੇ। ਅਸੀਂ ਜੇ ਮਹਾਰਾਜ ਨੇ ਚਾਹਿਆ, ਬਖਸ਼ਿਸ਼ ਕੀਤੀ ਤਾਂ ਏਦਾਂ ਦੇ ਯਤਨ ਸ਼ੁਰੂ ਕਰਨੇ ਆ, ਮਿਲ ਕੇ ਵਿਚਾਰਾਂ ਕਰਕੇ ਇਸ ਤਰੀਕੇ ਦੇ ਜਿਹੜੇ ਵੀ ਸੰਭਵ ਤਰੀਕੇ ਹੋ ਸਕਦੇ ਆ ਉਹ ਇੰਪਲੀਮੈਂਟ ਕੀਤੇ ਜਾਣ ਤੇ ਅੱਗੇ ਕਰਵਾਉਣ ਲਈ ਯਤਨ ਕੀਤੇ ਜਾਣ, ਹਨਾ। ਸੋ ਜੀ ਇਸ ਤਰੀਕੇ ਹੋ ਸਕਦਾ। ਜੇ ਉਹ ਇਹ ਤੋਂ ਬਾਅਦ ਵੀ ਮਤਲਬ ਬਜਟ ਦਾ ਵੀ ਹੱਲ ਨਹੀਂ ਹੋ ਸਕਦਾ ਪਿੰਡ ਤੋਂ ਰਲ ਕੇ, ਤੇ ਰਲ ਕੇ ਸੇਵਾ ਸੰਭਾਲ ਵੀ ਨਹੀਂ ਦਿਨ ਵੰਡ ਕੇ ਕੀਤੀ ਜਾ ਸਕਦੀ, ਤਾਂ ਮੈਨੂੰ ਲੱਗਦਾ ਫਿਰ ਉਹਨਾਂ ਨੂੰ ਇਸ ਗੱਲ ਤੇ ਸਹਿਮਤੀ ਕਰ ਲੈਣੀ ਚਾਹੀਦੀ, ਬੁਰਾ ਨਹੀਂ ਮਨਾਉਣਾ ਚਾਹੀਦਾ ਵੀ ਅਸੀਂ ਸਾਰਾ ਪਿੰਡ ਮਹਾਰਾਜ ਦਾ ਸਤਿਕਾਰ ਬਹਾਲ ਨਹੀਂ ਰੱਖ ਸਕਦੇ ਕਿਸੇ ਵੀ ਕਾਰਨਾਂ ਕਰਕੇ, ਤਾਂ ਉੱਥੇ ਫਿਰ ਮਹਾਰਾਜ ਦਾ ਪ੍ਰਕਾਸ਼ ਹੋਣਾ ਨਹੀਂ ਚਾਹੀਦਾ। ਇਹਦੇ ਲਈ ਸ਼੍ਰੋਮਣੀ ਕਮੇਟੀ ਦਾ ਵੀ ਬਹੁਤ ਵੱਡਾ ਰੋਲ ਇੱਥੇ ਬਣ ਜਾਂਦਾ ਕਿ ਜਿੱਥੇ ਜਿੱਥੇ ਢਿੱਲੇ ਪੈ ਰਹੇ ਆ, ਜਿੱਥੇ ਜਿੱਥੇ ਮਰਿਆਦਾ ਅਨੁਸਾਰ ਸਿੰਘਾਂ ਦੀ ਹਾਜ਼ਰੀ ਨਹੀਂ ਹੈਗੀ, ਉੱਥੇ ਹੂੰ ਸਰੂਪ ਨਾ ਦਿੱਤੇ ਜਾਣ ਮਹਾਰਾਜ ਦੇ, ਤੇ ਜਿੱਥੇ ਦਿੱਤੇ ਹੋਏ ਆ ਉੱਥੇ ਜਾ ਕੇ ਚੈੱਕ ਕੀਤਾ ਜਾਵੇ, ਜਾਂ ਤਾਂ ਉਹ ਮਰਿਆਦਾ ਬਹਾਲ ਕਰਾਈ ਜਾਵੇ। ਜੋ ਨਹੀਂ ਜੀ ਬਹਾਲ ਹੋ ਰਹੀ ਤਾਂ ਉਹਨਾਂ ਉੱਥੇ ਸਰੂਪ ਨਹੀਂ ਦਿੱਤੇ ਜਾਣੇ ਚਾਹੀਦੇ। ਤੇ ਸ਼੍ਰੋਮਣੀ ਕਮੇਟੀ ਤੋਂ ਵੀ ਇਕੱਲੀ ਆਸ ਰੱਖਣ ਦੀ ਬਜਾਏ ਮੈਂ ਤਾਂ ਇਹ ਕਹੂੰਗਾ ਕਿ ਜੋ ਵੀ ਸੁਹਿਰਦ ਸਿੱਖ ਨੇ ਜਾਂ ਸੁਹਿਰਦ ਕਮੇਟੀਆਂ ਨੇ ਜਿਹੜੀਆਂ ਇਸ ਗੱਲ ਨੂੰ ਮਹਿਸੂਸ ਕਰਦੀਆਂ ਨੇ, ਤਾਂ ਉਹਨਾਂ ਨੂੰ ਆਪਣੇ ਹੂੰ ਲੈਵਲ ਤੇ ਯਤਨ ਆਰੰਭ ਦੇਣੇ ਚਾਹੀਦੇ। ਜੀ ਜੀ ਕਈ ਵਾਰੀ ਇੰਜ ਵੀ ਹੁੰਦਾ ਹੈ ਜਦੋਂ ਇਸ ਤਰੀਕੇ ਦੀ ਘਟਨਾ ਹੁੰਦੀ ਹੈ, ਮਹਾਰਾਜ ਦੀ ਬੇਅਦਬੀ ਦੀ ਘਟਨਾ, ਉਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੀ ਹੋਈ ਸੰਗਤ ਹੀ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਆਪਸ ਦੇ ਵਿੱਚ ਉਲਝ ਪੈਂਦੀਆਂ ਨੇ। ਸੋ ਉਦੋਂ ਵੀ ਇੱਕ ਆਪਾਂ ਕਹਿੰਦੇ ਕਿ ਮਹਾਰਾਜ ਦੇ ਸਤਿਕਾਰ ਦਾ ਧਿਆਨ ਨਹੀਂ ਰੱਖਿਆ ਜਾਂਦਾ। ਉਦੋਂ ਬੈਠ ਕੇ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਆ ਕਿ ਕੀ ਹੱਲ ਕੱਢਿਆ ਜਾਵੇ, ਜਾਂ ਜਿਹੜੇ ਦੋਸ਼ੀ ਨੇ ਇਸ ਦੇ ਵਿੱਚ, ਜਿਨ੍ਹਾਂ ਦੇ ਵੱਲੋਂ ਢਿੱਲ ਵੀ ਵਰਤੀ ਜਾਂ ਜਿਨ੍ਹਾਂ ਦੇ ਵੱਲੋਂ ਬੇਅਦਬੀ ਕੀਤੀ ਵੀ ਗਈ, ਉਹਨਾਂ ਨੂੰ ਕਿਵੇਂ ਸਜ਼ਾ ਯਾਫਤਾ ਕੀਤਾ ਜਾਵੇ, ਇਸ ਦੀ ਵਿਚਾਰ ਹੁੰਦੀ ਹੈ। ਉਸ ਵਕਤ ਵੀ ਕਈ ਵਾਰੀ ਸਤਿਕਾਰ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਦੇਖੋ, ਇਹ ਤਾਂ ਬਹੁਤ ਇਮਾਨਦਾਰੀ ਨਾਲ ਮਹਾਰਾਜ ਦੀ ਹਜ਼ੂਰੀ ਚ ਆਪਣੇ ਅੰਦਰ ਝਾਤ ਮਾਰ ਕੇ ਦੇਖ ਲੈਣਾ ਚਾਹੀਦਾ ਕਿ ਅਸੀਂ ਕਿਸ ਮਸਲੇ ਤੇ ਇਕੱਤਰ ਹੋਏ ਆ, ਤੇ ਸਾਡੀ ਇਸ ਤਰੀਕੇ ਇਕੱਤਰ ਹੋ ਕੇ ਗੱਲਬਾਤ ਕਰਨ ਦੀ ਰਵਾਇਤ ਕੀ ਹੈ, ਅਸੀਂ ਕਿੱਦਾਂ ਦੇ ਜੀ ਸ਼ਬਦ ਵਰਤਣੇ ਆ। ਤੇ ਚਲੋ ਜੇ ਕੋਈ ਕਿਸੇ ਦੀ ਮੱਤ ਬੁੱਧ ਓਡੀ ਹੈ ਨਹੀਂ, ਉਹ ਤੋਂ ਕੁਝ ਬੋਲ ਵੀ ਹੁੰਦਾ ਆ, ਮਹਾਰਾਜ ਦੀ ਹਜ਼ੂਰੀ ਚ ਤੁਸੀਂ ਆਪਣਾ ਸਬਰ ਕਿੱਦਾਂ ਦਿਖਾਣਾ ਹੈ, ਉਹਨੂੰ ਨਿਮਰਤਾ ਨਾਲ ਕਿੱਦਾਂ ਉਹਦਾ ਜਵਾਬ ਦੇਣਾ ਹੈ। ਤੇ ਉਹ ਹੁਣ ਮੈਂ ਤਾਂ ਇੱਥੇ ਤਾਂ ਜ਼ਰੂਰ ਕਹੂੰਗਾ ਕਿ 26 ਤਰੀਕ ਨੂੰ ਜੋ ਕੁਝ ਹੋਇਆ ਉਹ ਸਾਰੀਆਂ ਜਥੇਬੰਦੀਆਂ ਨੂੰ, ਕੱਲੀਆਂ ਜਥੇਬੰਦੀਆਂ ਨੂੰ ਨਹੀਂ, ਸੰਗਤ ਨੂੰ ਔਰ ਮੁੱਖ ਤੌਰ ਤੇ ਪਿੰਡ ਦੀ ਸੰਗਤ ਨੂੰ ਇਹ ਜ਼ਰੂਰ ਹੁਣ 4 ਨੂੰ ਦੁਬਾਰਾ ਉੱਥੇ ਇਕੱਠ ਰੱਖੇ ਆ, ਤੇ ਉਹ ਜ਼ਰੂਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਕਿਸ ਮਸਲੇ ਤੇ, ਕਿੰਨੇ ਸੀਰੀਅਸ ਇਸ਼ੂ ਤੇ ਅਸੀਂ ਬੈਠ ਰਹੇ ਹਾਂ ਔਰ ਹੂੰ ਡਿਸਕਸ਼ਨ ਕਰਨੀ ਹੈ, ਔਰ ਇਹ ਕਿਉਂ ਹੋਇਆ ਜਾਂ ਜਿਹੜਾ ਦੋਸ਼ੀ ਆ ਉਹਦੇ ਨਾਲ ਕਿਸ ਤਰੀਕੇ ਦਾ ਅੱਗੇ ਹੋਣਾ ਚਾਹੀਦਾ, ਉੱਤੇ ਡਿਸਕਸ਼ਨ ਕਰਨੀ ਹੈ। ਉੱਥੇ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਕਿ ਮਹਾਰਾਜ ਦੇ ਅਦਬ ਸਤਿਕਾਰ ਨੂੰ ਖਿਆਲ ਰੱਖਿਆ ਜਾਵੇ। ਅਸੀਂ ਅਦਬ ਸਤਿਕਾਰ ਦੇ ਮਸਲੇ 'ਚ ਇਕੱਠੇ ਹੋਏ ਹਾਂ,
ਤੇ ਇਕੱਠੇ ਹੋਣ ਜੀ ਵੇਲੇ ਅਸੀਂ ਅਦਬ ਸਤਿਕਾਰ ਨੂੰ ਵਿਸਾਰ ਰਹੇ ਹਾਂ। ਉਹ ਬਹੁਤ ਸਾਨੂੰ ਆਪਾ ਪੜਚੋਲ ਦਾ ਸਾਡੇ ਲਈ ਮਸਲਾ ਹੈ। ਤੇ ਇੱਕ ਮੈਂ ਹੋਰ ਨੁਕਤਾ ਜੋੜੂੰਗਾ, ਜਿਹੜੀ ਪਿੱਛੇ ਆਪਾਂ ਢਿੱਲੇ ਪੈਰੇ ਦੀ ਗੱਲ ਕਰ ਰਹੇ ਸੀ, ਉਹ 'ਚ ਸਭ ਹਾਂਜੀ ਤੋਂ ਆਪਾਂ ਜਿਹੜੀ ਪਹਿਲੀ ਗੱਲ ਆਪਾਂ ਡਿਸਕਸ ਕੀਤੀ, ਨਾਲ ਹੀ ਮੈਂ ਤੇ ਐਡ ਕਰ ਦੇਵਾਂ ਕਿ ਉਸ ਤੋਂ ਬਾਅਦ ਵੀ ਜਦੋਂ ਕਿਸੇ ਵੀ ਕਾਰਨਾਂ ਕਰਕੇ ਬੇਅਦਬੀ ਹੋ ਗਈ, ਉਹ ਤੋਂ ਬਾਅਦ ਵੀ ਸਾਡੀ ਜ਼ਿੰਮੇਵਾਰੀ ਜਿਹੜੀ ਬਣਦੀ, ਉਹ 'ਚ ਵੀ ਸਾਡਾ ਪਹਿਰਾ ਬਹੁਤ ਜ਼ਿਆਦਾ ਢਿੱਲਾ ਹੈ। ਜੀ ਮੈਂ ਬਲੇਮ ਨਹੀਂ ਕਰੂੰਗਾ ਕਿਸੇ ਨੂੰ, ਆਪਾਂ ਜਸਟ ਗੱਲ ਰੱਖ ਰਹੇ ਹਾਂ ਕਿ ਸਾਡੀ ਰਵਾਇਤ ਕੀ ਬਣਦੀ ਹੈ। ਇਹਦੇ 'ਚ ਸਾਰੀਆਂ ਜਥੇਬੰਦੀਆਂ ਨੂੰ, ਸੰਗਤਾਂ ਨੂੰ ਇਹ ਜ਼ਰੂਰ ਆਪਾਂ ਪੜਚੋਲ ਲੈਣਾ ਚਾਹੀਦਾ ਹੈ ਕਿ ਅਸੀਂ, ਸਾਡੀ ਅਪਰੋਚ ਕੀ ਹੁੰਦੀ ਹੈ ਨਾ। ਸਾਡੀ ਜੀ ਅਪਰੋਚ ਉਹਨੂੰ ਇੱਕ ਦੁਨਿਆਵੀ ਢਾਂਚਿਆਂ ਰਾਹੀਂ ਸਜ਼ਾ ਦਿਵਾਉਣ ਤੱਕ ਅਪਰੋਚ ਹੋ ਜਾਂਦੀ। ਮੈਂ ਕਹਿਣਾ ਉਹ ਵੀ ਦਵਾਈ ਜਾਵੇ, ਹਨਾ। ਮਹਾਰਾਜ ਵੇਲੇ ਵੀ ਏਦਾਂ ਦੀਆਂ ਉਦਾਹਰਨਾਂ ਕਿ ਕਿਸੇ ਵੇਲੇ ਇਸ ਤਰੀਕੇ ਕਰਨ ਦਾ ਯਤਨ ਕੀਤਾ ਗਿਆ, ਬਟ ਨਾਲ ਇਹ ਵੀ ਦੇਖੀਏ ਕਿ ਕਿੰਨੇ ਸਾਲਾਂ ਤੋਂ ਆਪਾਂ ਜਿਸ ਢਾਂਚਿਆਂ ਤੇ ਟੇਕ ਰੱਖੀ ਹੈ, ਉਹਨੇ ਅੱਜ ਤੱਕ ਇਸ ਮਸਲੇ 'ਚ ਸਾਡਾ ਕੋਈ ਹੱਲ ਨਹੀਂ ਕੀਤਾ। ਤੇ ਹੱਲ ਅਸੀਂ ਕਰਾਉਣ ਲਈ ਵੀ ਜਿੱਦਾਂ ਦੀ ਗੱਲ ਰੱਖ ਰਹੇ ਹਾਂ, ਹੁਣ ਜੇ ਇੱਥੇ ਜੌਲੀਆਂ ਦੀ ਉਦਾਹਰਨ ਲੈ ਲਈਏ, ਆਪਾਂ ਵੱਧ ਤੋਂ ਵੱਧ UAPA ਦੀ ਮੰਗ ਕਰ ਰਹੇ ਹਾਂ। ਕੀ ਗੁਰੂ ਜੀ ਸਾਹਿਬ ਦੇ ਜਿਹੜਾ ਦੋਸ਼ੀ ਹੈ ਗੁਰੂ ਸਾਹਿਬ ਦਾ, ਉਹਦੇ ਲਈ ਐਦਾਂ ਦੀਆਂ ਧਾਰਾਵਾਂ ਕਾਫੀ ਨੇ। ਇਸ ਗੱਲ ਲਈ ਜ਼ਰੂਰ ਜਥੇਬੰਦੀਆਂ ਨੂੰ ਪੜਚੋਲ ਕਰਨੀ ਚਾਹੀਦੀ, ਤੇ ਪਲੱਸ ਸਾਡੀ ਰਵਾਇਤ ਅਨੁਸਾਰ ਉਹਦੀ ਸਜ਼ਾ ਕੀ ਬਣਦੀ, ਉਹ ਰਵਾਇਤ ਤੋਂ ਵੀ ਸੇਧ ਲੈਣੀ ਚਾਹੀਦੀ ਸਾਨੂੰ ਸਾਰਿਆਂ ਨੂੰ। ਈਵਨ ਮਤਲਬ ਮੈਂ ਇਨਕਲੂਡਿੰਗ, ਮੈਂ ਆਪਣੀ ਗੱਲ ਕਰ ਰਿਹਾ, ਸਾਨੂੰ ਸਾਰਿਆਂ ਨੂੰ ਤੋਂ ਸੇਧ ਲੈਣੀ ਚਾਹੀਦੀ ਕਿ ਉਹਦੇ ਰਵਾਇਤ ਅਨੁਸਾਰ ਦੀ ਸਜ਼ਾ ਕੀ ਬਣਦੀ। ਹੁਣ ਜੌਲੀਆਂ ਪਿੰਡ 'ਚ ਵੀ ਉਹ ਬੀਬੀ ਉਸ ਤੋਂ ਬਾਅਦ ਆਪਣੇ ਘਰ ਬੈਠਦੀ, ਹਨਾ। ਉੱਥੇ ਵੀ ਜਿਹੜੀ ਵੱਡੀ ਗੱਲ ਸਾਹਮਣੇ ਆਉਂਦੀ ਕਿ ਉਹਨੂੰ ਪੁਲਿਸ ਨੂੰ ਦੇਣ ਤੋਂ ਪਹਿਲਾਂ, ਜਦੋਂ ਕਿ ਸਾਰਾ ਪਿੰਡ ਔਰ ਆਪਾਂ ਸਾਰੇ ਹੀ ਇਸ ਗੱਲ ਤੋਂ ਵਾਕਿਫ ਹਾਂ ਕਿ ਇਹਨਾਂ ਪ੍ਰਸ਼ਾਸਨ ਦਾ ਹੁਣ ਤੱਕ ਕਿੰਨਾ ਕੁ ਰੋਲ ਰਿਹਾ ਔਰ ਕਿਸ ਤਰੀਕੇ ਦਾ ਰੋਲ ਰਿਹਾ ਸਾਰੇ ਮਸਲਿਆਂ 'ਚ, ਜੀ ਉਹਨੂੰ ਚਲੋ ਮੈਂ ਕਹੂੰਗਾ ਕਿ ਠੀਕ ਹੈ, ਨਹੀਂ ਸੋਧਣ ਦੀ ਵੀ ਸਮਰੱਥਾ ਸੀਗੀ। ਉਹ ਤਾਂ ਚਲੋ ਮਹਾਰਾਜ ਜੀ ਤੇ ਬਖਸ਼ਿਸ਼ ਕਰਦੇ, ਉਹ ਤੋਂ ਇਹ ਸੇਵਾ ਲੈਂਦੇ ਆ, ਹਰ ਇੱਕ ਦੇ ਨਹੀਂ ਹਿੱਸੇ ਆਉਂਦੀ ਇਹ ਸੇਵਾ। ਤੇ ਉਹਨੂੰ ਬਟ ਆਪਣੇ ਤੌਰ ਤੇ ਉਹਦੀ ਪੁੱਛ ਪੜਤਾਲ ਕੀਤੀ ਜਾ ਸਕਦੀ ਸੀ, ਜਿਹਦੇ 'ਚ ਵੀ ਇਹ ਪਿੰਡ ਪੱਧਰ ਤੇ ਕਹਿ ਲਈਏ ਜਾਂ ਸਾਰੀ ਸੰਗਤ ਦੀ ਇਹਦੇ 'ਚ ਘਾਟ ਰਹੀ ਹੈ। ਇਹਨਾਂ ਸਾਰੀਆਂ ਨੂੰ ਇਮਾਨਦਾਰੀ ਦੇ ਨਾਲ ਸਵੀਕਾਰ ਕਰਨਾ ਚਾਹੀਦਾ, ਤੇ ਅੱਗੇ ਤੋਂ ਆਪਾਂ ਸਾਰਿਆਂ ਨੂੰ ਇਸ ਗੱਲ ਤੇ ਜ਼ਰੂਰ ਗੌਰ ਵੀ ਕਰਨੀ ਚਾਹੀਦੀ ਔਰ ਆਪਣਾ ਪੈਰਾ ਵੀ ਇਹਦੇ 'ਚ ਕਰੜਾ ਕਰਨਾ ਚਾਹੀਦਾ। ਜੀ ਜੀ ਭਾਈ ਮਲਕੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕੌਮੀ ਆਵਾਜ਼ ਦੇ ਦਰਸ਼ਕਾਂ ਦੇ ਲਈ ਸਮਾਂ ਕੱਢਿਆ ਅਤੇ ਇਸ ਬਹੁਤ ਹੀ ਅਹਿਮ ਮਸਲੇ ਦੇ ਉੱਤੇ ਗੱਲਬਾਤ ਕੀਤੀ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਇਸ ਵਕਤ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਿੱਖਾਂ ਦੇ ਵਿੱਚ ਆਮ ਬਣਾਉਣੀਆਂ ਚਾਹੁੰਦੀਆਂ ਨੇ। ਉਹਨਾਂ ਨੂੰ ਇਹ ਭਾਸਦਾ ਹੈ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਉੱਤੇ ਰਿਐਕਟ ਕਰਨੋਂ ਹਟ ਜਾਣਗੇ ਲੋਕ, ਉਹਨਾਂ ਦਾ ਕੰਮ ਕਾਫੀ ਜ਼ਿਆਦਾ ਸੌਖਾ ਹੋਊਗਾ ਤੇ ਉਹ ਬਾਦਸਤੂਰ ਆਪਣੇ ਕੰਮ ਨੂੰ ਕਰ ਵੀ ਰਹੀਆਂ ਨੇ। ਪਰ ਜਿੱਥੇ ਸਿੱਖ ਪੰਥ ਦਾ ਢਿੱਲਾ ਪੈਰਾ ਹੈ, ਜਿਸ ਸੌਫਟ ਜਗ੍ਹਾ ਦੇ ਉੱਤੇ ਸਾਨੂੰ ਮਾਰ ਪੈ ਰਹੀ ਹੈ, ਸਾਨੂੰ ਉਸ ਦੀ ਨਿਸ਼ਾਨਦੇਹੀ ਕਰਕੇ ਉਸ ਦਾ ਪੱਕਾ ਪ੍ਰਬੰਧ ਕਰਨਾ ਵੀ ਸਾਡੀ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਵਿੱਚ ਸਾਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਹਰ ਇੱਕ ਸਿੱਖ ਪ੍ਰਾਣੀ ਨੂੰ ਆਪਣੇ ਤੌਰ ਦੇ ਉੱਤੇ ਹੀ, ਚਾਹੇ ਇੱਕ ਪਰਿਵਾਰ ਦੇ ਵਿੱਚ 5 ਜੀ ਰਹਿੰਦੇ ਆ, ਉਸ 5 ਜੀਆਂ ਦਾ ਹੀ ਫਰਜ਼ ਬਣਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਅਦਬ ਆ, ਉਸ ਨੂੰ ਉੱਚ ਰੱਖਣ ਦੇ ਲਈ, ਉਸ ਨੂੰ ਉੱਚਾ ਰੱਖਣ ਦੇ ਲਈ ਕੁਛ ਨਾ ਕੁਛ ਉਹ ਜ਼ਰੂਰ ਕਰਨ, ਸੋਚਣ, ਸੰਗਤਾਂ ਦੇ ਨਾਲ ਸਿਰ ਜੋੜ ਕੇ ਬੈਠਣ। ਕੁਝ ਕੁ ਨੁਕਤੇ ਅਸੀਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਸਾਂਝੇ ਵੀ ਕੀਤੇ ਆ। ਕੁਝ ਕੁ ਜਿਸ ਤਰ੍ਹਾਂ ਭਾਈ ਮਲਕੀਤ ਸਿੰਘ ਹੋਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਾਰੇ ਹੋਰ ਵੀ ਵਿਚਾਰਾਂ ਹੋਣਗੀਆਂ, ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਈ ਮਲਕੀਤ ਸਿੰਘ ਜੀ, ਅਖੀਰ ਦੇ ਉੱਤੇ ਕੁਝ ਤੁਸੀਂ ਹੋਰ ਕਹਿਣਾ ਚਾਹੁੰਦੇ ਹੋ, ਇਸ ਗੱਲਬਾਤ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ? ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਤੋਂ ਛੁੱਟੀਆਂ ਲਵਾਂਗੇ। ਜੀ, ਮੈਂ ਇਹ ਜ਼ਰੂਰ ਕਹੂੰਗਾ ਕਿ ਜੋ ਪਿਛਲਾ ਵਾਪਰਿਆ ਆਪਾਂ ਸਾਰਾ ਡਿਸਕਸ ਕੀਤਾ ਹੈ, ਤੇ ਹੁਣ 4 ਤਰੀਕ ਨੂੰ ਥੋੜੇ ਦਿਨਾਂ ਬਾਅਦ ਦੁਬਾਰਾ ਫਿਰ ਜੌਲੀਆਂ ਪਿੰਡ ਇਕੱਤਰਤਾ ਹੋਣੀ ਹੈ, ਸਾਰੀਆਂ ਜਥੇਬੰਦੀਆਂ ਨੇ ਆਉਣਾ, ਹਨਾ। ਇੱਕ ਗੱਲ ਚਲੋ 4 ਆਪਾਂ ਜੁਲਾਈ ਪਹਿਲਾਂ, 2021 ਨੂੰ। ਹਾਂਜੀ, ਇੱਕ ਹਾਂਜੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਆਲਰੇਡੀ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਾਂ ਕਿਸ ਤਰੀਕੇ ਗੱਲਬਾਤ ਕਰਨੀ ਹੈ। ਉਹਦੇ ਨਾਲ ਹੀ ਮੈਂ ਸਾਰੀਆਂ ਜਥੇਬੰਦੀਆਂ ਨੂੰ ਵੀ, ਸਿੱਖ ਸੰਗਤ ਨੂੰ ਵੀ, ਸਾਰੀ ਨੂੰ ਇਹ ਗੱਲ ਜ਼ਰੂਰ ਮੈਂ ਬੇਨਤੀ ਕਰੂੰਗਾ ਤੁਹਾਡੇ ਇਸ ਮਾਧਿਅਮ ਦੇ ਰਾਹੀਂ ਕਿ ਜਿਹੜੀ ਉੱਥੇ ਵਿਚਾਰ ਹੋਣੀ ਹੈ, ਉਹਦੇ 'ਚ ਹੂੰ ਮੋਟੇ ਰੂਪ 'ਚ ਜਿਹੜੀ ਉਹ ਘਟਨਾ ਵਾਪਰੀ, ਉਹ ਕਿਉਂ ਵਾਪਰੀ, ਜਿਹੜਾ ਉਹ ਕਿਉਂ ਵਾਲਾ ਪੁਆਇੰਟ ਆਪਾਂ ਸਾਰਾ ਮਿਸ ਕੀਤਾ ਪਿਛਲੇ ਦਿਨਾਂ ਦੇ ਵਿੱਚ, ਉਹ ਆਪਾਂ ਸਾਰੀਆਂ ਜਥੇਬੰਦੀਆਂ ਸਿਰ ਜੋੜ ਕੇ ਉਸ ਕਿਉਂ ਤੇ ਪਹਿਲਾਂ ਵਿਚਾਰ ਕਰੀਏ।
ਫਿਰ ਆਪਾਂ ਜਿਹੜੀ ਉਹ ਜਿਹੜੇ ਦੋਸ਼ੀ ਨੇ ਕੀਤੀ ਅੱਗੇ ਉਹਦੇ ਨਾਲ ਕਿਸ ਤਰੀਕੇ ਦੀ ਕਾਰਵਾਈ ਲਈ ਪ੍ਰਸ਼ਾਸਨ ਤੋਂ ਆਸ ਰੱਖਣੀ ਚਾਹੀਦੀ ਜਾਂ ਨਹੀਂ ਰੱਖਣੀ ਚਾਹੀਦੀ, ਜੇ ਰੱਖਣੀ ਚਾਹੀਦੀ ਤਾਂ ਸਾਡਾ ਤਰੀਕਾ ਕਿਸ ਤਰੀਕੇ ਦਾ ਹੋਣਾ ਚਾਹੀਦਾ, ਉਹ ਸਾਰੇ ਤੇ ਗੰਭੀਰਤਾ ਦੇ ਨਾਲ ਵਿਚਾਰ ਹੋਣੀ ਚਾਹੀਦੀ ਹੈ। ਤੇ ਉਹਦੇ ਲਈ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਰੀਆਂ ਜਥੇਬੰਦੀਆਂ ਨੂੰ ਕਿ ਕੋਈ ਵੀ ਤਰੀਕਾਕਾਰ ਇਹਦਾ ਲੱਭ ਲਿਆ ਜਾਵੇ। ਅਸੀਂ ਪਰਸਨਲੀ ਵੀ ਉਹ ਸਾਰਿਆਂ ਨੂੰ ਮਿਲਣ ਦਾ ਯਤਨ ਕਰਾਂਗੇ 4 ਤੋਂ ਪਹਿਲਾਂ, ਬਟ ਫਿਰ ਵੀ ਜਿਨ੍ਹਾਂ ਨੂੰ ਨਹੀਂ ਮਿਲ ਸਕੇ, ਜਿਨ੍ਹਾਂ ਰਾਹੀਂ ਇਹ ਮੈਸੇਜ ਜਾ ਸਕਦਾ, ਤਾਂ ਇਹਨਾਂ ਸਾਰਿਆਂ ਨੁਕਤਿਆਂ ਨੂੰ ਧਿਆਨ 'ਚ ਰੱਖ ਕੇ ਸਾਰੀ ਗੱਲਬਾਤ ਕੀਤੀ ਜਾਵੇ। ਇਹਨਾਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ ਜਾਣੇ ਅਣਜਾਣੇ ਦੇ ਵਿੱਚ, ਤਾਂ ਕਿ ਆਪਾਂ ਫਿਰ ਅੱਗੇ ਤੋਂ ਹੋਰ ਕਿਸੇ ਨੇੜਲੇ ਪਿੰਡ 'ਚ ਇਸ ਤਰੀਕੇ ਨਾ ਵਾਪਰੇ। ਉਹਦੇ ਲਈ ਥੋੜਾ ਜਿਹਾ ਇੱਕ ਲੈਸਨ ਸਾਰਿਆਂ ਤੱਕ ਜਾਣਾ ਚਾਹੀਦਾ। ਮੈਂ ਜੀ ਇੰਨੀ ਗੱਲ ਜੀ। ਜੀ, ਬਹੁਤ ਬਹੁਤ ਧੰਨਵਾਦ ਭਾਈ ਮਲਕੀਤ ਸਿੰਘ ਜੀ। ਦਰਸ਼ਕੋ, ਜੇਕਰ ਤੁਸੀਂ ਮਾਲਵਾ ਸਿੱਖ ਜਥਾ ਦੇ ਵੱਲੋਂ ਪੇਸ਼ ਕੀਤੀ ਗਈ ਜੇਕਰ ਤੁਸੀਂ ਮਾਲਵਾ ਸਿੱਖ ਜਥਾ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਪੜ੍ਹਨੀ ਚਾਹੁੰਦੇ ਹੋ, ਉਹ ਤੁਸੀਂ ਇਸ ਗੱਲਬਾਤ ਦੇ ਕਮੈਂਟ ਸੈਕਸ਼ਨ ਦੇ ਵਿੱਚ ਦੇਖ ਸਕਦੇ ਹੋ, ਜਾਂ ਮਾਲਵਾ ਸਿੱਖ ਜਥਾ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਵੀ ਪੜ੍ਹ ਸਕਦੇ ਹੋ। ਅਸੀਂ ਇਸ ਦਾ ਫੋਲੋ ਅਪ ਜ਼ਰੂਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਫਿਰ ਵੀ ਇਸ ਦੇ ਉੱਤੇ ਗੱਲਬਾਤ ਹੋਰ ਖੁੱਲ੍ਹ ਕੇ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੀ ਗੱਲਬਾਤ ਲਈ ਭਾਈ ਮਲਕੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।